ਇਹ 7 ਮੰਜ਼ਲਾ ਹਸਪਤਾਲ ਦਾ ਫੁਰਨਾ ਕਿਵੇਂ ਫੁਰਿਆ? ਕਈ ਸਾਡੇ ਮੋਟਾਪੇ ਦੇ ਪੇਸ਼ੈਂਟਸ ਹੁੰਦੇ ਜਿਹੜੇ ਦੂਰੋਂ ਨਹੀਂ ਆ ਪਾਉਂਦੇ, ਜਿਹੜੇ ਵੀਲ ਚੇਅਰਸ ਤੇ ਨੇ, ਉਹਨਾਂ ਨੂੰ ਅਸੀਂ 에ਅਰ ਲਿਫਟ ਕਰਾਂਗੇ। ਸਾਨੂੰ ਇਸ ਗੱਲ ਦਾ ਪੱਕਾ ਯਕੀਨ ਦਿਵਾ ਦਿਓ ਵੀ ਸਰਜਰੀ ਤੋਂ ਬਾਅਦ ਕੋਈ ਦਿੱਕਤ ਨਹੀਂ ਆਊ। ਹਿੰਦੁਸਤਾਨ ਦੇ ਵਿੱਚ ਅੱਜ ਦੀ ਡੇਟ 'ਚ ਅਮਰੀਕਾ ਤੇ ਕੈਨੇਡਾ ਤੋਂ ਜ਼ਿਆਦਾ ਮੋਟਾਪੇ ਦੇ ਇਲਾਜ ਦੇ ਆਪਰੇਸ਼ਨ ਹੋ ਰਹੇ ਆ। ਲੋਕੀ ਮੈਨੂੰ ਕਹਿੰਦੇ ਡਾਕਟਰ ਸਾਹਿਬ ਅਸੀਂ ਡਾਕਟਰਾਂ 'ਚ ਰੱਬ ਲੱਭਦੇ ਆਂ। ਮੈਂ ਉਹਨਾਂ ਨੂੰ ਕਹਿੰਦਾ ਮੈਂ ਆਪਣੇ ਮਰੀਜ਼ਾਂ 'ਚ ਰੱਬ ਲੱਭਦਾ। ਆਮ ਤੌਰ ਤੇ ਜਿੰਨਾ ਵੱਡਾ ਹਸਪਤਾਲ ਤੇ ਮਰੀਜ਼ ਉਧਰ ਜਾਣ ਵੇਲੇ ਉਨਾ ਹੀ ਵੱਧ ਡਰਦਾ ਵੀ ਯਾਰ ਜੇ ਵੱਡਾ ਹਸਪਤਾਲ ਆ ਤੇ ਵੱਡੇ ਹੀ ਪੈਸੇ ਲੈਣਗੇ। ਮੈਂ ਦੇਖਿਆ ਕਿ ਮੈਂ ਸਾਰੇ ਧਰਮਾਂ ਨੂੰ ਜੋੜਨ ਵਾਲਾ ਕੰਮ ਕਰਾਂ। ਕੋਈ ਇਹ ਨਾ ਕਹਿਣ ਕਿ ਵੀ ਇਹ ਡਾਕਟਰ ਇਹ ਹਿੰਦੂ ਹੈ, ਇਹ ਜੱਟ ਹੈ, ਇਹ ਸਿੱਖ ਹੈ। ਪਿਆਲੇ ਖੜਕਾਏ ਹੁੰਦੇ ਹੈ ਤੇ ਬੱਕਰਾ ਜਾਂ ਮੁਰਗਾ ਖਾਇਆ ਹੁੰਦਾ ਹੈ। ਜਦੋਂ ਦੇਖ ਲੈਂਦੇ ਆ ਕਿ ਜਿਹਨੇ ਇਲਾਜ ਕਰਾਇਆ ਹੈ ਇਹ ਸਾਡੇ ਨਾਲੋਂ ਘੱਟ ਨਹੀਂ ਵੱਧ ਪਿਆਲੇ ਖੜਕਾ ਰਿਹਾ ਤੇ ਮੁਰਗਾ ਵੀ ਖਾ ਰਿਹਾ, ਆਹ ਡਾਕਟਰ ਵਧੀਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਪ੍ਰਾਈਮ ਹੈਲਥ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ। ਸਿਹਤ ਬੰਦੇ ਦੀ ਬਹੁਤ ਜ਼ਰੂਰੀ ਹੈ ਤੇ ਸਿਹਤ ਸਭ ਨੂੰ ਸੰਭਾਲ ਕੇ ਰੱਖਣੀ ਚਾਹੀਦੀ ਹੈ। ਜੇ ਸਿਹਤ ਨਹੀਂ ਸੰਭਾਲਦੇ ਤੇ ਫਿਰ ਆਪਾਂ ਪੰਜਾਬ ਨੂੰ ਵੀ ਤੇ ਆਪਦੇ ਟੱਬਰ ਨੂੰ ਵੀ ਕਿੱਥੇ ਸੰਭਾਲਾਂਗੇ। ਜੇ ਆਪ ਹੀ ਢਿੱਲੜ ਜੇ ਰਹੇ ਤਾਂ ਭਵਿੱਖ ਵੀ ਕੱਸਿਆ ਜਾ ਨਹੀਂ ਰਹਿਣਾ। ਭਵਿੱਖ ਬਣਾਉਣ ਦੇ ਲਈ ਸ਼ਮ ਕਰਕੇ ਹੋਣਾ ਬੜਾ ਜ਼ਰੂਰੀ ਹੈ। ਸੁਜੱਗ ਹੋਣਾ ਚਾਹੀਦਾ, ਐਕਟਿਵ ਹੋਣਾ ਚਾਹੀਦਾ, ਫੁਰਤੀਲੇ ਹੋਣਾ ਚਾਹੀਦਾ। ਤੇ ਅੱਜ ਕੱਲ੍ਹ ਮੋਟਾਪੇ ਨੇ ਘੇਰਾ ਬਹੁਤ ਪਾਇਆ ਤੇ ਮੋਟਾਪੇ ਨੇ ਘੇਰਾ ਪਾਇਆ ਜਿਹਦੇ ਕਰਕੇ ਡਾਕਟਰ ਸਾਹਿਬਾਨ ਤੱਕ ਜਾਣਾ ਪੈਂਦਾ। ਕਈ ਵਾਰ ਜਦੋਂ ਬੰਦਾ ਓਵਰਲੋਡ ਹੋ ਜਾਂਦਾ ਤੇ ਫਿਰ ਡਾਕਟਰ ਅਮਿਤ ਸੂਦ ਦਾ ਨਾਂ ਚੇਤੇ ਆਉਂਦਾ ਤੇ ਸਾਡੇ ਕੋਲੇ ਕਾਸਮਿਕ ਹੈਲਥ ਸਿਟੀ ਤੋਂ ਡਾਕਟਰ ਅਮਿਤ ਸੂਦ ਸਾਹਿਬ ਪਹੁੰਚੇ ਆ। ਗੱਲਬਾਤ ਕਰਦੇ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟੈਨਾ ਜੀ। ਤੇ ਮੈਨੂੰ ਇੱਕ ਵਾਰ ਫਿਰ ਮੌਕਾ ਮਿਲ ਰਿਹਾ ਤੁਹਾਡੇ ਨਾਲ, ਤੁਹਾਡੇ ਸਾਰੇ ਵਿਊਅਰਸ ਦੇ ਨਾਲ ਆਪਣੇ ਵਿਊ ਪੁਆਇੰਟਸ ਡਿਸਕਸ ਕਰਨ ਲਈ। ਤੇ ਬਾਕੀ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਤੁਹਾਡੇ ਥਰੂ, ਇਸ ਪ੍ਰੋਗਰਾਮ ਦੇ ਥਰੂ ਹੋਰ ਜਾਗਰੂਕਤਾ ਦੇਵਾਂ ਤੇ ਲੋਕਾਂ ਨੂੰ ਅਸੀਂ ਹੋਰ ਅਵੇਅਰ ਕਰੀਏ ਤਾਂ ਕਿ ਉਹ ਇਸ ਮੋਟਾਪੇ ਤੋਂ ਮੁਕਤ ਹੋਣ। ਵੈਸੇ ਤਾਂ ਡਾਕਟਰ ਸਾਹਿਬ ਸਾਰਾ ਪੰਜਾਬ ਹੀ ਆਪਣਾ, ਅਸੀਂ ਸਾਰੇ ਪੰਜਾਬੀ ਇੱਕ ਆ, ਪਰ ਜਦੋਂ ਮਾਲਵੇ ਦੀ ਗੱਲ ਚੱਲਦੀ ਚਾਅ ਚੜ੍ਹਦਾ। ਅਸੀਂ ਨਾ ਇੱਥੇ ਪ੍ਰੋਗਰਾਮ ਦੇ ਵਿੱਚ ਅੱਜ ਦਾ ਵਿਚਾਰ ਦੇ ਵਿੱਚ ਵੀ ਉਹ ਹਰਮਨ ਜੀ ਕਹਿੰਦੇ ਹੁੰਦੇ ਕਿ ਮੈਂ ਦੁਆਬੇ ਤੋਂ, ਮੈਂ ਕਹਿੰਦਾ ਮੈਂ ਫਿਰ ਮਾਲਵੇ ਤੋਂ ਆ। ਤੇ ਪਰ ਜਦੋਂ ਸਾਡੇ ਮਾਲਵੇ ਵਾਲੇ ਵੀ ਵੱਡੇ ਵੱਡੇ ਅਦਾਰੇ ਬਣਾਉਂਦੇ ਆ, ਭਾਵੇਂ ਵੱਡਾ ਸਕੂਲ ਹੋਵੇ, ਭਾਵੇਂ ਵੱਡਾ ਕੋਈ ਹਸਪਤਾਲ ਹੋਵੇ, ਹਾਲਾਂਕਿ ਅਸੀਂ ਇਹ ਚਾਹੁੰਦੇ ਜੀ ਕਿ ਵੱਡਾ ਹਸਪਤਾਲ ਤੇ ਸੰਖੇਪ ਦੇ ਵਿੱਚ ਇਲਾਜ ਹੋ ਜੇ, ਉਹਦੇ ਵਰਗੀ ਰੀਸ ਕੋਈ ਨਹੀਂ। ਇਹ 7 ਮੰਜ਼ਲਾ ਹਸਪਤਾਲ ਦਾ ਫੁਰਨਾ ਕਿਵੇਂ ਫੁਰਿਆ? ਥੋੜੇ ਕੁ ਸਮੇਂ ਦੇ ਵਿੱਚ ਹੀ ਇੰਨੀ ਵੱਡੀ ਪ੍ਰਾਪਤੀ ਹਾਸਲ ਕੀਤੀ। ਇਹਦੇ ਪਿੱਛੇ ਕੀ ਸੋਚ, ਕੀ ਕੰਮ ਕਰਦੀ ਹੈ? ਦੇਖੋ, ਮੈਂ ਜਦੋਂ ਆਪਣੀ ਸਾਰੀ ਟ੍ਰੇਨਿੰਗ ਤੋਂ ਬਾਅਦ ਪੰਜਾਬ ਆ ਕੇ ਕੰਮ ਸ਼ੁਰੂ ਕੀਤਾ ਤੇ ਮੇਰੇ ਕੋਲ ਇਹ ਆਪਸ਼ਨ ਸੀਗੀ ਕਿ ਮੈਂ ਕਿਹੜੇ ਵੱਡੇ ਸ਼ਹਿਰ 'ਚ ਇੱਕ ਆਪਣਾ ਪ੍ਰੈਕਟਿਸ ਸ਼ੁਰੂ ਕਰਾਂ। ਉਹ ਲੁਧਿਆਣਾ ਵੀ ਮੈਂ ਚੂਜ਼ ਕਰ ਸਕਦਾ ਸੀਗਾ, ਅੰਮ੍ਰਿਤਸਰ ਵੀ, ਜਲੰਧਰ ਵੀ, ਚੰਡੀਗੜ੍ਹ ਵੀ। ਪਰ ਮੈਨੂੰ ਲੱਗਿਆ ਜਿਹੜਾ ਮੋਗਾ ਹੈ ਉਹ ਪੰਜਾਬ ਦਾ ਸੈਂਟਰ ਹੈ ਜਿਹਦੇ ਤੋਂ ਬਾਏ ਰੋਡ ਅੱਜ ਕੱਲ੍ਹ ਸੜਕਾਂ ਇੰਨੀਆਂ ਵਧੀਆ ਬਣ ਗਈਆਂ ਕਿਉਂਕਿ ਸਰਕਾਰ ਟੋਲ ਟੈਕਸ ਇਕੱਠਾ ਕਰਨ 'ਤੇ ਲੱਗੀ ਹੋਈ ਹੈ। ਹਰ ਪਾਸੇ ਟੋਲਸ ਦੇ ਨਾਲ ਚੰਗੀ ਸੜਕਾਂ ਸਾਨੂੰ ਮਿਲ ਗਈਆਂ। 1 ਘੰਟੇ 'ਚ ਆਪਾਂ ਪੰਜਾਬ ਦੇ ਕਿਸੇ ਵੀ ਸ਼ਹਿਰ ਤੋਂ ਮੋਗਾ ਪਹੁੰਚ ਜਾਂਦੇ ਹਾਂ। ਦੂਸਰਾ, ਹੁਣ ਮੇਰੀ ਆਪਣੀ ਟ੍ਰੇਨਿੰਗ ਇਸ ਕੰਮ ਦੇ ਵਿੱਚ ਇੰਨੀ ਲੈਵਲ 'ਤੇ ਹੋਈ ਹੈ ਕਿ ਜਿੱਥੇ ਅਸੀਂ ਬਹੁਤ ਸੈਲੀਬ੍ਰਿਟੀਜ਼ ਨੂੰ ਤੇ ਫਿਲਮ ਐਕਟਰਸ ਨੂੰ ਤੇ ਪੋਲੀਟੀਸ਼ੀਅਨਸ ਨੂੰ ਮੈਂ ਟਰੀਟ ਕਰਦਾ ਹੋਇਆ ਪੰਜਾਬ 'ਚ ਮੋਗੇ 'ਚ ਆਇਆ। ਤੇ ਮੈਨੂੰ ਸੀਗਾ ਜੇ ਹੁਣ ਮੈਂ ਮੋਗੇ ਆ ਹੀ ਗਿਆ, ਉਤਰ ਹੀ ਆਇਆ ਇਸ ਆਪਣਾ ਉਤਰ ਹੀ ਆਇਆ ਜੇ ਮੈਂ ਆਪਣੇ ਕੰਮ ਦੇ ਵਿੱਚ ਤੇ ਜੇ ਮੋਗੇ ਆ ਕੇ ਤੇ ਜੇ ਮੈਂ ਹੁਣ ਬਣਾਵਾਂ ਤੇ ਇਹੋ ਜਿਹੀ ਫੈਸਿਲਿਟੀ ਲੈ ਕੇ ਆਵਾਂ ਜਿਹਦੇ 'ਚ ਸਿਰਫ ਪੰਜਾਬ ਦੇ ਲੋਕ ਹੀ ਨਹੀਂ, ਬਾਹਰਲੇ ਜਿੰਨੇ ਵੀ ਲੋਕ ਸਾਡੇ ਕੋਲ ਆਉਂਦੇ ਹੈ ਉਹ ਵੀ ਕਹਿਣ ਡਾਕਟਰ ਸਾਹਿਬ ਸਾਨੂੰ ਇੱਥੇ ਆ ਕੇ ਐਂ ਲੱਗਿਆ ਕਿ ਅਸੀਂ ਆਪਣਾ ਇਲਾਜ ਪਤਾ ਹੀ ਨਹੀਂ ਲੱਗਿਆ ਹੋਇਆ ਵੀ ਹੈ ਕਿ ਨਹੀਂ ਹੋਇਆ, ਬਸ ਅਸੀਂ ਠੀਕ ਹੋ ਗਏ। ਅਸੀਂ ਠੀਕ ਹੋਣ ਆਏ ਸੀ, ਬਿਮਾਰੀ ਨਾਲ ਆਏ ਸੀ, ਤੁਸੀਂ ਠੀਕ ਕਰਕੇ ਭੇਜਤਾ, ਪਰ ਸਾਨੂੰ ਮਹਿਸੂਸ ਨਹੀਂ ਹੋਇਆ। ਉਸ ਵਿਜ਼ਨ ਨਾਲ ਅਸੀਂ ਇਹ ਸੈਂਟਰ ਦੀ, ਪਹਿਲਾਂ ਮੈਂ ਕਾਸਮਿਕ ਸਰਜੀਕਲ ਸੈਂਟਰ ਚਲਾਉਂਦਾ ਹੁੰਦਾ ਸੀਗਾ, ਉਹਦੇ 'ਚ ਮੈਂ ਦੇਖਿਆ ਕਿ ਜਦੋਂ ਮੈਨੂੰ 3-4 ਸਾਲ ਜਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ, ਲੋਕੀ ਸਾਡੇ ਨਾਲ ਜੁੜੇ ਹਰ ਸ਼ਹਿਰ ਤੋਂ, ਹਰ ਮੁਲਕ ਤੋਂ, ਇਹਨਾਂ ਰਿਸਪੌਂਸ ਦੇ ਨਾਲ ਸਾਨੂੰ ਲੱਗਿਆ ਹੁਣ ਸਾਨੂੰ ਇੱਕ ਬਹੁਤ ਵੱਡਾ ਪ੍ਰੋਜੈਕਟ ਬਣਾਉਣਾ ਚਾਹੀਦਾ ਹੈ ਜਿਹਦੇ 'ਚ ਲੋਕੀ ਸਾਡੇ ਕੋਲੇ ਦੂਰੋਂ ਆਉਣ, ਉਹਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇ। ਬਾਹਰੋਂ ਜਿਹੜੇ ਪੇਸ਼ੈਂਟਸ ਆਉਂਦੇ ਹੈ ਉਹਨਾਂ ਨੂੰ ਅਸੀਂ ਏਅਰਪੋਰਟ ਪਿਕਅਪ ਡ੍ਰੌਪ ਦਿੰਦੇ ਹਾਂ,
ਉਹ ਬੇਸ਼ੱਕ ਜਲੰਧਰ ਹੋਏ, ਬੇਸ਼ੱਕ ਚੰਡੀਗੜ੍ਹ ਹੋਏ, ਬੇਸ਼ੱਕ ਅੰਮ੍ਰਿਤਸਰ ਹੋਏ, ਬੇਸ਼ੱਕ ਦਿੱਲੀ ਹੋਏ। ਸੋ ਉਸ ਤੋਂ ਇਲਾਵਾ ਸਾਡੇ ਕੋਲੇ ਹੁਣ ਹਲਵਾਰਾ ਮੋਗੇ ਤੋਂ 30 ਕਿਲੋਮੀਟਰ ਦੇ ਫਾਸਲੇ ਤੇ ਇੰਟਰਨੈਸ਼ਨਲ 에ਅਰਪੋਰਟ ਆ ਰਿਹਾ ਹੈ, ਜਿਹਦੇ ਚ ਬਾਹਰ ਦੇ ਜਿੰਨੇ ਵੀ ਲੋਕ ਆਉਣਗੇ ਆਉਣ ਵਾਲੇ ਸਮੇਂ ਤੱਕ ਉਹਨਾਂ ਨੂੰ ਇੱਕ ਇੰਟਰਨੈਸ਼ਨਲ ਫੈਸਿਲਿਟੀ ਮਿਲ ਜਾਏਗੀ ਮੋਗੇ ਤੋਂ 30 ਕਿਲੋਮੀਟਰ। ਤੇ ਇਸ ਤੇ ਇਹਦੇ ਨਾਲ ਦੇ ਨਾਲ ਜੇ ਹੁਣ ਆਪਣੇ ਤੇ ਬਾਬਾ ਜੀ ਦੀ ਮਿਹਰ ਰਹੀ ਤੇ ਅਸੀਂ ਮੋਗੇ 'ਚ ਹੀ ਅਗਲੇ 2 ਸਾਲਾਂ 'ਚ ਇੱਕ ਹੈਲੀਪੈਡ ਬਣਾ ਰਹੇ ਹਾਂ, ਜਿਹਦੇ 'ਚ ਜਿਹੜੇ ਪੇਸ਼ੈਂਟਸ ਨੂੰ, ਕਿਉਂਕਿ ਕਈ ਸਾਡੇ ਮੋਟਾਪੇ ਦੇ ਪੇਸ਼ੈਂਟਸ ਹੁੰਦੇ ਜਿਹੜੇ ਦੂਰੋਂ ਨਹੀਂ ਆ ਪਾਉਂਦੇ, ਜਿਹੜੇ ਵੀਲ ਚੇਅਰਸ ਤੇ ਨੇ, ਉਹਨਾਂ ਨੂੰ ਅਸੀਂ 에ਅਰ ਲਿਫਟ ਕਰਾਂਗੇ ਤੇ ਉਹਨਾਂ ਨੂੰ ਅਸੀਂ ਡਾਇਰੈਕਟਲੀ ਮੋਗਾ ਲੈਂਡ ਕਰਾਵਾਂਗੇ, ਉਹਨਾਂ ਨੂੰ ਠੀਕ ਕਰਕੇ ਉਹਨਾਂ ਦੇ ਘਰੇ ਵਾਪਸ ਪਹੁੰਚਾਵਾਂਗੇ। ਬਹੁਤ ਖੂਬ, ਬਹੁਤ ਵੱਡੀ ਗੱਲ। ਦੇਖੋ ਵੀ ਤੁਸੀਂ ਜਹਾਜ਼ ਦੇ ਰਾਹੀਂ, ਬੰਦਾ ਚੌਪਰ ਦੇ ਰਾਹੀਂ ਆਊਗਾ ਤੇ ਚੌਪਰ ਦੇ ਰਾਹੀਂ ਜਾਊਗਾ, ਇਹ ਵੱਡੀ ਗੱਲ ਆ। ਇਹ ਸੋਚ ਹੈ, ਇਹ ਸੋਚ ਤਾਂ ਹੀ ਬਣ ਪਾਈ ਕਿਉਂਕਿ ਜਿੰਨਾ ਅਸੀਂ ਕੰਮ ਕਰਦੇ ਰਹੇ, ਜਿੰਨਾ ਅਸੀਂ ਆਪਣੇ ਆਪ ਨੂੰ, ਮੈਂ ਤੇ ਮੇਰੀ ਪੂਰੀ ਟੀਮ ਇਸ ਕੰਮ 'ਚ ਪਾਉਂਦੇ ਰਹੇ, ਅਸੀਂ ਲੋਕਾਂ ਤੋਂ ਜਿਹੜਾ ਰਿਸਪੌਂਸ ਮਿਲਿਆ, ਸਾਨੂੰ ਜਿਹੜਾ ਪਿਆਰ ਮਿਲਿਆ, ਉਹ ਪਿਆਰ ਹੀ ਸਾਨੂੰ ਪੁਸ਼ ਕਰਦਾ ਹੈ ਕਿ ਹੁਣ ਅਸੀਂ ਹੋਰ ਕਰੀਏ, ਹੋਰ ਲੋਕਾਂ ਤੱਕ ਜੁੜੀਏ। ਤੇ ਉਹ ਜੁੜਨ ਦੇ ਹੀ ਸਿਲਸਿਲੇ ਦੇ ਵਿੱਚ ਹੁਣ ਅਸੀਂ ਇਹ ਵੀ ਪਲਾਨ ਕਰ ਰਹੇ ਹਾਂ ਕਿ ਬਈ ਬਹੁਤ ਦੇਰ 'ਚ ਮੇਰੇ ਜਿਹੜੇ ਪੇਸ਼ੈਂਟ ਸਾਡੇ ਬਾਹਰ ਹੈ, ਜਿਵੇਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਸਾਡੇ ਬਹੁਤ ਪੇਸ਼ੈਂਟਸ ਨੇ, ਉਹਨਾਂ ਦੀ ਹਮੇਸ਼ਾ ਇੱਕ ਫਰਮਾਇਸ਼ ਰਹਿੰਦੀ ਹੈ ਕਿ ਡਾਕਟਰ ਸਾਹਿਬ ਤੁਸੀਂ ਉੱਥੇ ਆਓ, ਸਾਲ 'ਚ 2 ਗੇੜੇ ਮਾਰੋ ਉੱਥੇ, ਤਾਂ ਕਿ ਅਸੀਂ ਤੁਹਾਨੂੰ ਮਿਲੀਏ ਤੇ ਹੋਰ ਵੀ ਜਿਹੜੇ ਲੋਕ ਹੈ ਜਿਹੜੇ ਮੋਟਾਪੇ ਤੋਂ ਮੁਕਤ ਹੋਣਾ ਚਾਹੁੰਦੇ ਹੈ ਉਹ ਵੀ ਠੀਕ ਹੋ ਜਾਣ। ਮੈਂ ਬਹੁਤ ਪਿਛਲੇ 6-8 ਮਹੀਨੇ ਬਹੁਤ ਵਰਕਿੰਗ ਕਰ ਰਿਹਾ ਸੀਗਾ ਕਿਉਂਕਿ ਇੱਥੇ ਵੀ ਸਾਡੇ ਕੋਲੇ ਬਹੁਤ ਪੇਸ਼ੈਂਟ ਲੋਡ ਹੁੰਦਾ ਹੈ ਤੇ 15 ਦਿਨ ਇੱਥੋਂ ਨਿਕਲ ਕੇ ਜਾ ਪਾਣਾ ਤੇ ਉਹ ਵੀ ਕਈ ਵਾਰ ਔਖਾ ਲੱਗਦਾ ਹੈ। ਫਿਰ ਮੈਨੂੰ ਇਹ ਵੀ ਸੀਗਾ ਕਿ ਮੈਂ ਚਲੋ ਸਾਲ 'ਚ ਜੇ ਇੱਕ ਵਾਰ ਜਾ ਵੀ ਆਵਾਂ ਬਾਹਰ, ਕਿਸੇ ਵੀ ਮੁਲਕ 'ਚ ਜਾ ਆਵਾਂ, ਇੱਕ ਵਾਰ ਮੈਨੂੰ ਮਰੀਜ਼ ਮਿਲ ਲੈਂਦਾ, ਇੱਥੇ ਆ ਕੇ ਆਪਰੇਸ਼ਨ ਕਰਾ ਲੈਂਦਾ, ਬਾਅਦ 'ਚ ਉਹ ਮੈਨੂੰ ਨਹੀਂ ਮਿਲ ਪਾਉਂਦਾ। ਸੋ ਉਹ ਸੋਚਦੇ ਹੋਏ ਮੈਂ ਇਸ ਸਾਲ ਤੋਂ, ਇਸ ਸੈਪਟੈਂਬਰ ਤੋਂ ਬਾਅਦ ਅਸੀਂ ਟੋਰਾਂਟੋ ਤੇ ਸਿਐਟਲ ਦੇ ਵਿੱਚ ਅਸੀਂ ਪੱਕੀ ਆਪਣੀ ਕਲੀਨਿਕ ਬਣਾ ਰਹੇ ਹਾਂ, ਜਿਹਦੇ 'ਚ ਅਸੀਂ ਉਸ ਕਲੀਨਿਕ ਦੇ ਵਿੱਚ ਜਿਹੜੇ ਟੀਮ ਸਾਡੀ, ਜਿਹੜੀ ਸਾਡੇ ਕੋਲੇ, ਮੇਰੇ ਕੋਲੇ ਇੱਥੇ 5 ਸਾਲ ਟ੍ਰੇਨ ਹੋ ਚੁੱਕੀ ਹੈ, ਉਹ ਉੱਥੇ ਜਾ ਕੇ ਬੈਠੇਗੀ ਤਾਂ ਕਿ ਪੇਸ਼ੈਂਟਸ ਜਿਹੜੇ ਹੈਗੇ, ਜਿਹੜੇ ਉੱਥੋਂ ਦੇ ਪੇਸ਼ੈਂਟਸ ਹੈ ਜਿਹੜੇ ਇੱਥੋਂ ਇਲਾਜ ਕਰਾ ਕੇ ਜਾ ਰਹੇ ਹੈ, ਉਹਨਾਂ ਨੂੰ ਕੱਲ੍ਹ ਨੂੰ ਕੋਈ ਵੀ ਦਿੱਕਤ ਹੈ, ਜੇ ਉੱਥੇ ਦਾ ਦਿਨ ਹੈ ਤੇ ਇੱਥੇ ਦੀ ਰਾਤ ਹੈ, ਜੇ ਉੱਥੇ ਰਾਤ ਹੈ ਤੇ ਇੱਥੇ ਦਿਨ ਹੈ, ਟਾਈਮ ਡਿਫਰੈਂਸ ਹੈਗਾ ਹੈ, ਪਰ ਜੇ ਅਸੀਂ ਫੈਸਿਲਿਟੀ ਉੱਥੇ ਅਵੇਲੇਬਲ ਕਰਾਤੀ ਕਿ ਕਿਸੇ ਨੂੰ ਕੋਈ ਵੀ ਛੋਟੀ ਮੋਟੀ ਦਿੱਕਤ ਹੈ, ਇੱਕ ਮੈਡੀਕਲ ਫੈਸਿਲਿਟੀ ਦਾ ਬੰਦਾ ਤੁਹਾਡੀ ਗੱਲ ਸੁਣਨ ਨੂੰ ਉਸ ਟਾਈਮ ਮੌਜੂਦ ਹੈ, ਆਈ ਥਿੰਕ ਇਹ ਮੈਂ ਪੇਸ਼ੈਂਟਸ ਨੂੰ ਆਪਣੇ ਓਵਰਸੀਜ਼ ਨੂੰ ਇਸ ਤੋਂ ਵਧੀਆ ਚੀਜ਼ ਨਹੀਂ ਦੇ ਸਕਦਾ ਸੀਗਾ। ਪਲੱਸ ਮੈਂ ਇੱਕ ਹੋਰ ਚੀਜ਼ ਲੈ ਕੇ ਆਇਆ, ਉਹ ਅਸੀਂ 1 ਸੈਪਟੈਂਬਰ ਤੋਂ ਲਾਂਚ ਕਰ ਰਹੇ ਹਾਂ ਕਿ ਹਰ ਸ਼ਨੀਵਾਰ ਤੇ ਸ਼ੁੱਕਰਵਾਰ ਦੀ ਸ਼ਾਮ, ਹਰ ਸ਼ਨੀਵਾਰ ਤੇ ਸ਼ੁੱਕਰਵਾਰ ਦੀ ਸ਼ਾਮ, ਜਿਹੜਾ ਕਿ ਇੱਥੇ ਸਾਡੇ ਕੋਲੇ ਸਾਡੇ ਪੰਜਾਬ ਦੇ ਵਿੱਚ ਸ਼ੁੱਕਰਵਾਰ ਤੇ ਐਤਵਾਰ ਦਾ ਦਿਨ ਦਾ ਸਵੇਰ ਹੋਏਗਾ, ਉਸ ਟਾਈਮਿੰਗ ਦੇ ਵਿੱਚ ਹਰ ਹਫਤੇ ਮੈਂ ਲਾਈਵ 1 ਘੰਟਾ ਆਪਣੇ ਬਾਹਰਲੇ ਪੇਸ਼ੈਂਟਸ ਜਿਨ੍ਹਾਂ ਨੇ ਮੇਰੇ ਨਾਲ ਗੱਲ ਕਰਨੀ ਹੈ, ਮੈਂ ਉਹਨਾਂ ਨਾਲ ਗੱਲ ਕਰੂੰਗਾ, ਉਹਨਾਂ ਦੇ ਸਾਰੇ ਮਸਲੇ ਸਮਝੂੰਗਾ ਤੇ ਉਹਨਾਂ ਨੂੰ ਸਲਾਹ ਦਊਂਗਾ। ਮਤਲਬ ਮੈਂ ਇਹ ਸਾਰਾ ਮਾਡਲ ਤਾਂ ਬਣਾਇਆ ਹੈ ਕਿ 2 ਟੀਮ ਮੈਂਬਰਸ 2 ਸ਼ਹਿਰਾਂ 'ਚ ਉੱਥੇ ਉਹਨਾਂ ਨੂੰ ਭੇਜਣਾ, ਉੱਥੇ ਕਲੀਨਿਕ ਸੈੱਟ ਕਰਨਾ ਤੇ ਹਰ ਵੀਕਐਂਡ ਤੇ ਲੋਕਾਂ ਨਾਲ ਡਾਇਰੈਕਟਲੀ ਲਾਈਵ ਹੋਣਾ, ਤਾਂ ਕਿ ਸਾਲ 'ਚ ਮੈਂ ਇੱਕ ਵਾਰ ਨਹੀਂ, ਸਾਲ ਦੇ 365 ਦਿਨ ਲੋਕਾਂ ਨਾਲ ਜੁੜਿਆ ਰਹੂੰਗਾ, ਉਹਨਾਂ ਦੀ ਪ੍ਰੋਬਲਮਸ ਨੂੰ ਸੁਣੂੰਗਾ ਤੇ ਉਹਨਾਂ ਦਾ ਇਲਾਜ ਹੋਰ ਵਧੀਆ ਤਰੀਕੇ ਨਾਲ ਕਰ ਪਾਊਂਗਾ। ਬਹੁਤ ਖੂਬ ਡਾਕਟਰ ਸਾਹਿਬ, ਇਹ ਬੜੀ ਵਧੀਆ ਗੱਲ ਹੈ ਕਿਉਂਕਿ ਜੇ ਤੁਸੀਂ ਆਪ ਜਾਂਦੇ ਉੱਥੇ ਤਾਂ ਮੇਰਾ ਖਿਆਲ ਹੈ ਵੀ 15, 20, 25 ਦਿਨ ਲਾ ਕੇ ਤੁਸੀਂ ਵਾਪਸ ਵੀ ਆ ਜਾਣਾ ਸੀ। ਤੁਸੀਂ ਅੱਜ ਇਸ ਸ਼ਹਿਰ ਦੇ ਵਿੱਚ ਆ, ਕੱਲ੍ਹ ਨੂੰ ਇਸ ਸ਼ਹਿਰ ਦੇ ਵਿੱਚ ਆ, ਪਰਸੋਂ ਇਸ ਸ਼ਹਿਰ ਦੇ ਵਿੱਚ, ਚੌਥ ਇਸ ਸ਼ਹਿਰ ਦੇ ਵਿੱਚ ਆ। ਪਰ ਇਹ ਮੈਨੂੰ ਚੰਗੀ ਲੱਗੀ ਗੱਲ ਵੀ ਤੁਸੀਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਉੱਥੇ ਬੈਠੇ ਭੈਣਾਂ ਵੀਰਾਂ ਦੀ ਵਿਥਿਆ ਜਿਹੜੀ ਉਹ ਇੱਥੇ ਬੈਠ ਕੇ ਸੁਣੋਗੇ ਤੇ ਨਾਲੇ ਲਗਾਤਾਰਤਾ ਦੇ ਵਿੱਚ ਇਹ ਗੱਲ ਜਾਰੀ ਰਹੂਗੀ। ਬਿਲਕੁਲ। ਮੈਨੂੰ ਨਾ ਇੱਕ ਸੱਜਣ ਦਾ ਫੋਨ ਆਇਆ, ਹਾਲਾਂਕਿ ਉਹ ਮੈਨੂੰ ਕਹਿੰਦੇ ਵੀ ਤੁਹਾਡੇ ਅਸੀਂ ਪ੍ਰੋਗਰਾਮ ਦੇਖਦੇ ਹੁੰਦੇ ਆ, ਉਹ ਕਹਿੰਦੇ ਅਸੀਂ ਨਵੰਬਰ ਮਹੀਨੇ ਦੇ ਵਿੱਚ ਆਉਣਾ ਤੇ ਉਹ ਮੇਰਾ ਖਿਆਲ ਰਹਿੰਦੇ ਹੈਗੇ ਆ ਉਧਰ ਸਸਕੈਚਵਨ ਵੱਲ। ਉਹ ਕਹਿੰਦੇ ਜੀ ਕਿ ਅਸੀਂ ਸਰਜਰੀ ਕਰਵਾਉਣੀ ਆ ਤੇ ਸਾਨੂੰ ਇਸ ਗੱਲ ਦਾ ਪੱਕਾ ਯਕੀਨ ਦਿਵਾ ਦਿਓ ਵੀ ਸਰਜਰੀ ਤੋਂ ਬਾਅਦ ਕੋਈ ਦਿੱਕਤ ਨਹੀਂ ਆਊਗੀ। ਉਹ ਕਹਿੰਦੇ ਵੀ ਅਸੀਂ ਤਾਂ ਦੇਖੋ ਮਹੀਨੇ ਲਈ ਆਉਣਾ, ਜੇ ਵੱਧ ਤੋਂ ਵੱਧ ਅਸੀਂ ਛਾਲ ਮਾਰ ਕੇ 1.25 ਮਹੀਨੇ ਲਈ ਆ ਜਾਾਂਗੇ, ਅਸੀਂ ਉਹ ਘਰੇਲੂ ਕੰਮਕਾਜ ਵੀ ਕਰਨੇ, ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਵੀ ਜਾਣਾ, ਭੂਆ ਦੇ ਮੁੰਡੇ ਦਾ ਵਿਆਹ ਵੀ ਆ, ਹੋਰ ਕੰਮਕਾਜ ਵੀ ਆ, ਕੋਠਾ ਵੀ ਆ ਜਿਹੜਾ ਉਹ ਥੋੜ੍ਹਾ ਜਿਹਾ ਪਲਸਤਰ ਕਰਕੇ ਠੀਕ ਕਰਨਾ। ਉਹ ਕਹਿੰਦੇ ਵੀ ਸਾਨੂੰ ਯਕੀਨ ਬਣਾ ਦਿਓ ਵੀ ਭਾਈ ਸਰਜਰੀ ਕਰਵਾ ਲਾਂਗੇ ਪਰ ਬਾਅਦ ਦੇ ਵਿੱਚ ਕੋਈ ਦਿੱਕਤ ਨਹੀਂ ਗੀ। ਬਿਲਕੁਲ, ਇਹ ਜਿਹੜਾ ਕੰਸਰਨ ਹੈ ਨਾ ਇਹ ਬਹੁਤ ਸਟਰੋਂਗ ਹੈ। ਜਦੋਂ ਇਹ ਮੋਟਾਪੇ ਦਾ ਇਲਾਜ ਐਕਚੁਅਲੀ ਸ਼ੁਰੂ ਹੋਇਆ ਤੇ ਲੋਕੀ ਸਾਡੇ ਜਿਹੜੇ ਪੁਰਾਣੇ ਇੱਥੋਂ ਫੈਮਿਲੀ ਸੀਗੀਆਂ ਉਹ ਅਮਰੀਕਾ ਜਾਂਦੇ ਸੀ ਇਲਾਜ ਕਰਾਉਣ। ਇਹ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ। ਮੇਰੇ ਕਈ ਜਿਹੜੇ ਇਹੋ ਜਿਹੇ ਫਰੈਂਡਸ ਆ ਉਹਨਾਂ ਦੀ ਫੈਮਿਲੀਜ਼ 'ਚ ਮੈਨੂੰ ਆਪ ਪਤਾ ਹੈ ਉਦੋਂ ਕੀ ਸੀਗਾ, ਟੈਕਨੋਲੋਜੀ ਆਈ ਸੀਗੀ। ਹੁਣ ਅੱਜ ਦੀ ਡੇਟ 'ਚ ਜੇ ਅਸੀਂ ਕਹੀਏ ਕਿ ਜਿਵੇਂ ਹਿੰਦੁਸਤਾਨ ਪੋਪੂਲੇਸ਼ਨ ਦੇ ਮਾਮਲੇ 'ਚ, ਡਾਇਬਟੀਜ਼ ਦੇ ਮਾਮਲੇ 'ਚ
ਕੈਪੀਟਲ ਬਣ ਗਿਆ ਹੈ, ਉਸੇ ਨਾਲ ਦੇ ਨਾਲ ਸਾਇੰਸ ਨੇ ਤੇ ਇੱਥੋਂ ਦੇ ਡਾਕਟਰਾਂ ਨੇ ਇੰਨੀ ਮਿਹਨਤ ਤੇ ਤਰੱਕੀ ਕਰ ਲਈ ਹੈ ਕਿ ਹਿੰਦੁਸਤਾਨ ਦੇ ਵਿੱਚ ਅੱਜ ਦੀ ਡੇਟ 'ਚ ਅਮਰੀਕਾ ਤੇ ਕੈਨੇਡਾ ਤੋਂ ਜ਼ਿਆਦਾ ਮੋਟਾਪੇ ਦੇ ਇਲਾਜ ਦੇ ਆਪਰੇਸ਼ਨ ਹੋ ਰਹੇ ਹੈ। ਕਿਉਂਕਿ ਇੱਥੋਂ ਦੇ ਲੋਕ ਮਿਹਨਤੀ ਬਹੁਤ ਹੈ ਡਾਕਟਰ ਸਾਡੇ। ਉੱਥੇ ਵੀ ਜੇ ਤੁਸੀਂ ਕਿਸੇ ਨੂੰ ਪੁੱਛੋ ਕਿ ਬਾਹਰ ਵੀ ਕੋਈ ਕਿਸੇ ਨੂੰ ਆਪਣੇ ਪੰਜਾਬੀ ਜਾਂ ਹਿੰਦੁਸਤਾਨੀ ਭੈਣ ਭਰਾ ਨੂੰ ਕੋਈ ਵੀ ਦਿੱਕਤ ਹੈ, ਲੋਕੀ ਇੱਕ ਵਾਰ ਪ੍ਰੈਫਰ ਜ਼ਰੂਰ ਕਰਦੇ ਕਿ ਸਾਡਾ ਡਾਕਟਰ ਸਾਨੂੰ ਇੰਡੀਅਨ ਮਿਲ ਜੇ। ਇਹ ਉੱਥੋਂ ਦੇ ਲੋਕਾਂ ਦੇ ਵੀ ਰਿਵਿਊਜ਼ ਹੈ। ਹੁਣ ਅਸੀਂ ਤਾਂ ਇੱਥੇ ਕੰਮ ਕਰਦੇ ਹਾਂ 24 ਘੰਟੇ, ਉੱਥੇ ਕੰਮ ਹੋਣਾ 5 ਜਾਂ 6 ਘੰਟੇ। ਸੋ ਸਿਸਟਮ ਦਾ ਫ਼ਰਕ ਹੈ, ਇੱਕ ਆਪਣੀ ਸੋਚ, ਆਪਣੀ ਪਰਵਰਿਸ਼, ਆਪਣੇ ਸੰਸਕਾਰਾਂ ਦਾ ਫ਼ਰਕ ਹੈ ਕਿ ਜੇ ਅਸੀਂ ਉੱਠ ਕੇ ਜਾਣਾ ਵੀ ਹੈ ਤਾਂ ਵੀ ਸਾਡੇ ਕੋਲੇ ਕੋਈ ਆ ਗਿਆ, ਅਸੀਂ ਇਹ ਨਹੀਂ ਕਹਿਣਾ ਸਾਡੀ ਸ਼ਿਫਟ ਖਤਮ ਹੋ ਗਈ, ਅਸੀਂ ਅਪਾਇੰਟਮੈਂਟ ਨਹੀਂ ਦੇ ਸਕਦੇ। ਲੋਕਾਂ ਨੂੰ ਉੱਥੇ ਅਪਾਇੰਟਮੈਂਟਸ ਨਹੀਂ ਮਿਲਦੀ 6-6 ਮਹੀਨੇ। ਸਹੀ। ਸੋ ਇਹ ਹੁਣ ਸਿਸਟਮ ਅਸੀਂ ਚੇਂਜ ਕਰ ਰਹੇ ਹਾਂ ਕਿ ਜਿਹੜੇ ਲੋਕ ਚਾਹੁੰਦੇ ਹੈ ਇਲਾਜ ਕਰਵਾਉਣਾ ਸਾਡੇ ਤੋਂ, ਮੇਰੇ ਤੋਂ, ਮੇਰੀ ਟੀਮ ਤੋਂ, ਜਾਂ ਮੇਰੇ ਤੋਂ ਸਲਾਹ ਲੈ ਕੇ ਕਿਤੇ ਹੋਰ ਵੀ ਕਰਾਉਣਾ, ਕਿਉਂਕਿ ਬੇਸਿਕਲੀ ਸਾਡਾ ਕਨਸੈਪਟ ਹੈ ਅਸੀਂ ਚੰਗੀ ਸਲਾਹ ਦਈਏ, ਲੋਕਾਂ ਨੂੰ ਇੱਕ ਡਾਇਰੈਕਸ਼ਨ ਦਈਏ। ਬਾਕੀ ਜਿੱਥੇ ਜਿਹਦਾ ਮਨ, ਲੋਕੀ ਮੈਨੂੰ ਕਹਿੰਦੇ ਡਾਕਟਰ ਸਾਹਿਬ ਅਸੀਂ ਡਾਕਟਰਾਂ 'ਚ ਰੱਬ ਲੱਭਦੇ ਹਾਂ, ਮੈਂ ਉਹਨਾਂ ਨੂੰ ਕਹਿੰਦਾ ਮੈਂ ਆਪਣੇ ਮਰੀਜ਼ਾਂ 'ਚ ਰੱਬ ਲੱਭਦਾ, ਕਿਉਂਕਿ ਮੇਰਾ ਮਰੀਜ਼ ਮੇਰੇ ਲਈ ਰੱਬ ਹੈ। ਉਹਨੇ ਆਪਣੀ ਜ਼ਿੰਦਗੀ ਮੇਰੇ ਹੱਥਾਂ 'ਚ ਦੇਣੀ ਹੈ ਤੇ ਮੈਨੂੰ ਉਹ ਕੰਮ ਕਰਨ ਲਈ ਪੈਸੇ ਵੀ ਦੇਣੇ ਹੈ। ਤੇ ਮੈਂ ਜੇ ਆਪਣੇ ਰੱਬ ਤੋਂ ਸੱਚਾ ਨਾ ਹੋਇਆ ਤਾਂ ਫਿਰ ਤਾਂ ਮੈਂ ਇਹ ਕੰਮ ਦਾ ਹੱਕਦਾਰ ਨਾ ਹੋਇਆ। ਬਹੁਤ ਖੂਬ, ਬਹੁਤ ਖੂਬ, ਬੜੀ ਵੱਡੀ ਗੱਲ ਹੈ ਇਹ। ਇੱਕ ਨਾ ਮੇਰੇ ਮਨ ਦੇ ਵਿੱਚ ਹੋਰ ਸਵਾਲ ਆ, ਪਤਾ ਨਹੀਂ ਤੁਹਾਨੂੰ ਚੰਗਾ ਨਾ ਲੱਗੇ ਇਹ। ਆਮ ਤੌਰ ਤੇ ਜਿੰਨਾ ਵੱਡਾ ਹਸਪਤਾਲ ਤੇ ਮਰੀਜ਼ ਉਧਰ ਜਾਣ ਵੇਲੇ ਓਨਾ ਹੀ ਵੱਧ ਡਰਦਾ ਵੀ ਯਾਰ ਜੇ ਵੱਡਾ ਹਸਪਤਾਲ ਆ ਤੇ ਵੱਡੇ ਹੀ ਪੈਸੇ ਲੈਣਗੇ। ਆਪਾਂ ਜੇ ਕਿਤੇ ਲੀੜੇ ਵੀ ਲੈਣ ਜਾਣੇ ਹੋਣ ਤੇ ਜੇ ਕਿਤੇ ਅੰਦਰ ਸ਼ੀਸ਼ੇ ਸ਼ੂਸ਼ੇ ਲੱਗੇ ਹੋਣ ਤੇ ਏਸੀ ਚੱਲਦਾ ਹੋਵੇ ਫੁੱਲ ਤੇ ਪੂਰੇ ਜੈਂਟਲਮੈਨ ਸੂਟੜ ਬੂਟੜ ਹੋਣ ਬੰਦੇ ਅੰਦਰ, ਤੇ ਐਂ ਲੱਗਦਾ ਵੀ ਯਾਰ ਕਿਤੇ ਇਹ 500 ਵਾਲੀ ਸ਼ਰਟ 1200 ਦੀ ਤਾਂ ਨਹੀਂ ਲਾਉਂਦੇ। ਬਿਲਕੁਲ। ਕਿਤੇ ਤੁਹਾਡੇ ਇੱਥੇ ਲੋਕਾਂ ਨੂੰ ਜਿਹੜੇ ਦੁਨੀਆ ਭਰ ਦੇ ਵਿੱਚੋਂ ਆਉਣਗੇ ਤੁਹਾਡੇ ਕੋਲੇ ਮਰੀਜ਼, ਉਹਨਾਂ ਨੂੰ ਮਨ ਦੇ ਵਿੱਚੋਂ ਡਰ ਕੱਢ ਦੇਣਾ ਚਾਹੀਦਾ ਵੀ ਭਾਈ 7 ਮੰਜ਼ਲਾ ਕੋਈ ਗੱਲ ਨਹੀਂ, ਵਸਣਾ ਉਵੇਂ ਹੀ ਹੈ ਦਿਲ 'ਚ। ਦੇਖੋ ਬੇਸਿਕਲੀ ਜੇ ਮੈਂ ਕਹਾਂ ਮੈਨੂੰ ਆਪਣੇ ਕੰਮ ਦੇ ਲਈ ਜਿਹੜਾ ਕੰਮ ਮੈਂ ਕਰ ਰਿਹਾ, ਬੇਸ਼ੱਕ 2-3 ਮੰਜ਼ਿਲ ਬਹੁਤ ਹੁੰਦੀ, ਇਹਨੂੰ ਵੱਡਾ ਇੰਨਾ ਬਣਾਉਣ ਦਾ ਕਾਰਨ ਇਹ ਸੀਗਾ ਕਿਉਂਕਿ ਲੋਕੀ ਜਦੋਂ ਮੇਰੇ ਨਾਲ ਜੁੜਦੇ ਆ ਕਹਿੰਦੇ ਡਾਕਟਰ ਸਾਹਿਬ ਹੁਣ ਸਾਨੂੰ ਹੱਡੀਆਂ ਦੀ ਵੀ ਪ੍ਰੋਬਲਮ ਹੈ, ਕਿਸੇ ਨੂੰ ਫੈਮਿਲੀ 'ਚ ਅੱਗੇ ਸਾਨੂੰ ਜੁਆਇੰਟ ਰਿਪਲੇਸਮੈਂਟ ਵੀ ਚਾਹੀਦੀ ਹੈ। ਸੋ ਇਹ ਸੈਂਟਰ 'ਤੇ ਅਸੀਂ ਸਟੇਟ ਆਫ ਐਨ ਆਰਟ ਰੋਬੋਟਿਕ ਜੁਆਇੰਟ ਰਿਪਲੇਸਮੈਂਟਸ ਲਿਆ ਰਹੇ ਹਾਂ। ਫਿਰ ਆਪਾਂ ਨੂੰ ਬਹੁਤ ਲੇਡੀਜ਼ ਨੂੰ ਆਪਣਾ ਬਾਂਝਪਨ ਦੀ ਪ੍ਰੋਬਲਮ ਹੈ, ਜਿਨ੍ਹਾਂ ਨੂੰ ਮੋਟਾਪੇ ਕਾਰਨ ਹੁੰਦੀ ਹੈ ਪ੍ਰੋਬਲਮ, ਉਹਨਾਂ ਨੂੰ ਤਾਂ ਅਸੀਂ ਸਫਲ ਇਲਾਜ ਕਰਕੇ ਉਹਨਾਂ ਨੂੰ ਬੱਚਾ ਵੀ ਵਰਦਾਨ ਮਿਲ ਜਾਂਦਾ। ਸਾਡੇ ਬਹੁਤ ਪੇਸ਼ੈਂਟਸ ਨੇ, ਪਰ ਜਿਨ੍ਹਾਂ ਨੂੰ ਓਵਰਆਲ ਪ੍ਰੋਬਲਮ ਹੈ ਅਸੀਂ ਸਟੇਟ ਆਫ ਐਨ ਆਰਟ IVF ਸੈਂਟਰ ਲਿਆ ਰਹੇ ਹਾਂ। ਸੋ ਇਹਦੇ ਨਾਲ ਦੇ ਨਾਲ ਕਾਸਮੈਟਿਕ ਸਰਜਰੀਜ਼ ਆ ਰਹੀਆਂ। ਸੋ ਉਹ ਚੀਜ਼ਾਂ ਆ ਰਹੀਆਂ ਜਿਹੜੀਆਂ ਲੋਕੀ ਚੰਗੀ ਕੁਆਲਿਟੀ ਚਾਹੁੰਦੇ ਸੀਗੇ ਪਰ ਮਿਲ ਨਹੀਂ ਪਾ ਰਹੀਆਂ ਸੀਗੀਆਂ। ਹੁਣ ਜਿਸ ਤਰ੍ਹਾਂ ਦੀ ਮੇਰੀ ਸੋਚ ਹੈ, ਹਰ ਕੰਮ ਤਾਂ ਮੈਂ ਕਰ ਨਹੀਂ ਸਕਦਾ ਆਪਣੇ ਹੱਥੋਂ, ਕਾਫੀ ਕੰਮ ਮੈਂ ਕਰਦਾ, ਪਰ ਮੈਂ ਜਿਹੜੀ ਸਪੈਸ਼ਲਿਟੀਜ਼ ਅਸੀਂ ਆਪਣੇ ਇਸ ਸੈਂਟਰ 'ਚ ਲੈ ਕੇ ਆਵਾਂਗੇ, ਉਹ ਜਿਹੜੇ ਡਾਕਟਰਸ ਹੋਣਗੇ ਉਹ ਉਸੇ ਹੀ ਹੁਨਰ ਦੇ ਹੋਣਗੇ ਜਿਸ ਹੁਨਰ ਦਾ ਮੈਂ ਆਪ ਹੈ, ਕਿਉਂਕਿ ਅਦਰਵਾਈਜ਼ ਮੈਂ ਉਹਨਾਂ ਨੂੰ ਆਪਣੇ ਨਾਲ ਜੋੜ ਨਹੀਂ ਸਕਦਾ। ਕਿਉਂਕਿ ਲੋਕਾਂ ਨੇ ਜੇ ਮੇਰੇ ਨਾਲ ਜੁੜਨਾ ਹੈ ਤੇ ਮੇਰੇ ਵਿਸ਼ਵਾਸ ਤੇ ਜੁੜਨਾ ਹੈ ਤੇ ਮੈਨੂੰ ਰਿਜ਼ਲਟ ਦੇਣਾ ਪੈਣਾ। ਬਹੁਤ ਖੂਬ, ਬਹੁਤ ਖੂਬ। ਇਹ ਹੈਲਥ ਸਿਟੀ ਹੈ ਜਿਹੜਾ ਉਹ ਨਾ ਸੋਚਿਆ ਵੀ ਇੱਥੇ ਕਾਸਮਿਕ ਹੈਲਥ ਸਿਟੀ ਬਣਾ ਲਈਏ। ਹਾਂਜੀ। ਉਹ ਵੱਡਾ ਸਾਰਾ ਮੈਂ ਤੁਹਾਡਾ ਮਸ਼ਹੂਰੀ ਵੀ ਦੇਖੀ ਆ, ਪ੍ਰੋਮੋ ਦੇਖਿਆ, ਉਹਦੇ ਵਿੱਚ ਬੜੇ ਮੋਟੇ ਅੱਖਰਾਂ ਦੇ ਵਿੱਚ ਲਿਖਿਆ ਵੀ ਪਹਿਲਾਂ ਇਮਾਰਤ ਐ ਜਾਂਦੀ ਆ, ਫਿਰ ਡਾਕਟਰ ਸਾਹਿਬਾਨ ਐ ਨੂੰ ਜਾਂਦੇ ਆ, ਫਿਰ ਵਿੱਚ ਲਿਖਿਆ ਜਾਂਦਾ ਵੀ ਭਾਈ ਇੱਕ ਆ ਵੀ ਕਰਦੇ ਆ, ਇੱਕ ਆ ਵੀ ਕਰਦੇ ਆ। ਇਹ ਫੁਰਨਾ ਕਿਵੇਂ ਫੁਰਿਆ ਵੀ ਇੱਥੇ ਹੈਲਥ ਸਿਟੀ ਆਪਣੀ ਬਣਾ ਲਈਏ? ਦੇਖੋ ਮੈਂ ਜਦੋਂ ਨਾ ਟੈਨਾ ਜੀ ਜਦੋਂ ਮੈਂ ਪੰਜਾਬ ਆਇਆ ਤੇ ਮੈਂ ਹੁਣ ਜਿਵੇਂ ਹੁਣ ਇੱਕ ਚਲੋ ਮੈਂ ਦੇਖਿਆ ਇੱਥੇ ਹਸਪੀਟਲਸ ਬਣਦੇ ਹੈ, ਕਿਸੇ ਨੇ ਆਪਣਾ ਗੁਪਤਾ ਹਸਪੀਟਲ ਬਣਾਇਆ, ਕਿਸੇ ਨੇ ਗਰਗ ਹਸਪੀਟਲ ਬਣਾਇਆ, ਕਿਤੇ ਸਿੱਧੂ ਹਸਪੀਟਲ ਬਣਿਆ, ਕਿਤੇ ਥਾਪਰ ਹਸਪੀਟਲ ਬਣਿਆ। ਸੋ ਮੈਂ ਦੇਖਿਆ ਇੱਥੇ ਲੋਕੀ ਜਿਹੜੇ ਹੈਗੇ ਹੈ ਆਪਣੇ ਮਤਲਬ ਜਿਹੜਾ ਸਰਨੇਮ ਹੈ ਜਾਂ ਧਰਮ ਨੂੰ ਕਹਿੰਦੇ ਹੋਏ ਇੱਕ ਉਹਦੇ ਨਾਮ ਰੱਖ ਦਿੰਦੇ ਆ ਹਸਪੀਟਲ ਦਾ। ਸੋ ਮੈਂ ਦੇਖਿਆ ਕਿ ਮੈਂ ਸਾਰੇ ਧਰਮਾਂ ਨੂੰ ਜੋੜਨ ਵਾਲਾ ਕੰਮ ਕਰਾਂ। ਕੋਈ ਇਹ ਨਾ ਕਹਿਣ ਕਿ ਵੀ ਇਹ ਡਾਕਟਰ ਇਹ ਹਿੰਦੂ ਹੈ, ਇਹ ਜੱਟ ਹੈ, ਇਹ ਸਿੱਖ ਹੈ, ਇਹ ਕੀ ਹੈ। ਸੋ ਮੈਂ ਪਹਿਲਾਂ ਤਾਂ ਆਪਣੀ ਸੋਚ ਰੱਖੀ ਕਾਸਮਿਕ ਦਾ ਮਤਲਬ ਹੈ ਬ੍ਰਹਮਾਂਡ, ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਦੂਰ ਦੂਰ ਤੱਕ ਫੈਲੀਏ, ਲੋਕਾਂ ਨੂੰ ਸਾਡੇ ਬਾਰੇ ਪਤਾ ਲੱਗੇ ਤੇ ਅਸੀਂ ਦੂਰੋਂ ਵੀ ਲੋਕਾਂ ਦਾ ਇਲਾਜ ਕਰ ਪਾਈਏ। ਕਾਸਮਿਕ ਇਹਦਾ ਨਾਮ ਦਾ ਆਹ ਕਾਰਨ ਹੈ। ਹੈਲਥ ਸਿਟੀ ਤਾਂ ਰੱਖਿਆ ਕਿਉਂਕਿ ਇਹ ਚਾਹੁੰਦਾ ਹੈ ਮੈਂ ਇੱਕ ਸ਼ਹਿਰ ਹੀ ਬਸ ਜੇ ਜਿੱਥੇ ਲੋਕੀ ਸਿਹਤਮੰਦ ਹੋਣ, ਸਾਡੇ ਕੋਲੇ ਕੋਈ ਆਏ, ਜੇ ਕਿਸੇ ਨੂੰ ਕੋਈ ਹੈਲਥ ਦੀ ਪ੍ਰੋਬਲਮ ਹੈ ਅਸੀਂ ਉਹਨੂੰ ਸਿਹਤ ਦੇ ਕੇ ਭੇਜੀਏ। ਮੈਂ ਤੇ ਇਹ ਮੇਰੀ ਵਿਜ਼ਨ ਸੀਗੀ, ਪਰ ਉਹ ਵਿਜ਼ਨ ਸਾਰੇ ਮੇਰੇ ਜਿੰਨੇ ਵੀ ਪੇਸ਼ੈਂਟਸ ਜਿਨ੍ਹਾਂ ਨੂੰ ਮੈਂ ਆਪਣਾ ਰੱਬ ਸਮਝਦਾ ਤੇ ਜਿਹੜੇ ਮੈਨੂੰ ਰੋਜ਼ ਮਿਲਦੇ ਹੈ ਤੇ ਮੈਂ ਰੋਜ਼ ਬੜੇ ਰੱਬਾਂ ਨੂੰ ਮਿਲਦਾ ਤੇ ਜਿਹੜੇ ਮੈਨੂੰ ਇਹ ਮੌਕਾ ਦਿੰਦੇ ਆ ਕਿ ਮੈਂ ਉਹਨਾਂ ਨੂੰ ਵਧੀਆ ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਠੀਕ ਕਰਾਂ, ਇਹ ਸਭ ਉਹਨਾਂ ਦਾ ਹੀ ਯੋਗਦਾਨ ਹੈ। ਜਿਹੜਾ ਵੀ ਮੈਨੂੰ ਮਰੀਜ਼ ਮਿਲਦਾ ਹੈ ਉਹ ਮੈਨੂੰ ਪੁੱਛਦਾ ਡਾਕਟਰ ਸਾਹਿਬ
ਤੁਸੀਂ ਬਣਾ ਰਹੇ ਹੈ ਤੇ ਸਾਡਾ ਵੀ ਉੱਥੇ ਇਲਾਜ ਹੋਏਗਾ, ਅਸੀਂ ਬਹੁਤ ਖੁਸ਼ ਹਾਂ। ਤੇ ਮੈਂ ਕਿਹਾ ਉਹ ਮੇਰਾ ਨਹੀਂਗਾ, ਉਹ ਤੁਹਾਡੇ ਸਾਰਿਆਂ ਦਾ ਯੋਗਦਾਨ ਹੀ ਦੇ ਨਾਲ ਇਹ ਬਣਿਆ, ਇਹ ਯੋਗਦਾਨ ਬਣਿਆ ਤੇ ਅਸੀਂ ਉੱਥੇ ਮੈਂ ਆਪਣੀ ਸਰਵਿਸ ਕਰਨੀ ਹੈ। ਮੈਨੂੰ ਤਾਂ ਇਹ ਹੈ ਕਿ ਮੈਂ ਜਿੰਨਾ ਕੰਮ ਕਰ ਪਾਵਾਂ, ਲੋਕਾਂ ਦੀ ਸੇਵਾ ਕਰ ਪਾਵਾਂ, ਓਨਾ ਹੀ ਮੈਨੂੰ ਸਕੂਨ ਮਿਲਦਾ। ਬਹੁਤ ਖੂਬ, ਬਹੁਤ ਚੰਗੀ ਗੱਲ ਆ, ਬਹੁਤ ਸੋਹਣੀ ਗੱਲ ਆ। ਡਾਕਟਰ ਸਾਹਿਬ ਇੱਕ ਵਾਰੀ ਜਾਣਕਾਰੀ 'ਚ ਵਾਧਾ ਕਰਿਓ ਵੀ ਪਿਛਲੇ ਕੁਝ ਕੁ ਵਰ੍ਹਿਆਂ ਦੇ ਵਿੱਚ ਜਾਂ ਕਿੰਨੇ ਕੁ ਵਰ੍ਹਿਆਂ ਤੋਂ ਸਿਹਤ ਦੇ ਪ੍ਰਤੀ ਸੁਜਾਗਤਾ ਲੋਕਾਂ ਦੀ ਵਧੀ ਹੈ, ਅਵੇਅਰਨੈਸ ਵਧੀ ਹੈ ਤੇ ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਲਈ ਬਰੀਐਟ੍ਰਿਕ ਸਰਜਰੀ ਦੇ ਵੱਲ ਲੋਕ ਆਉਣੇ ਸ਼ੁਰੂ ਹੋਏ ਆ ਪਿਛਲੇ 2-3 ਵਰ੍ਹਿਆਂ ਦੇ ਵਿੱਚ? ਉਸ ਤੋਂ ਪਿਛਲੇ ਵਰ੍ਹਿਆਂ ਦੇ ਮੁਕਾਬਲਤਨ ਗਿਣਤੀ ਦੇ ਵਿੱਚ ਕਿੰਨਾ ਕੁ ਵਾਧਾ ਹੋਇਆ? ਦੇਖੋ ਓਵਰਆਲ ਅਵੇਅਰਨੈਸ ਬਹੁਤ ਵੱਧ ਰਹੀ ਹੈ, ਕਿਉਂਕਿ ਹੁਣ ਮੀਡੀਆ ਵੀ ਤੇ ਸੋਸ਼ਲ ਵੀ ਬਹੁਤ ਲੋਕ ਹੀ ਦੇਖਦੇ ਹੈ। ਬਾਕੀ ਜੇ ਮੈਂ ਕਹਾਂ ਇਹ ਆਪਰੇਸ਼ਨ ਬੈਰੀਐਟ੍ਰਿਕ ਜਿਹੜੇ ਸੀਗੇ ਸਿਰਫ ਮੋਟਾਪੇ ਨੂੰ ਫੋਕਸ ਕਰਦੇ ਸੀ ਪਹਿਲਾਂ, ਹੁਣ ਸਾਡਾ ਫੋਕਸ ਮੋਟਾਪਾ ਇੱਕ ਪਾਸੇ ਹੈ ਤੇ ਮੈਟਾਬੋਲਿਕ ਆਪਰੇਸ਼ਨ ਇੱਕ ਪਾਸੇ ਹੈ। ਫਰਕ ਦੋਨਾਂ 'ਚ ਇਹ ਹੈ ਕਿ ਬੈਰੀਐਟ੍ਰਿਕ ਕਰਦੀ ਹੈ ਸਿਰਫ ਮੋਟਾਪੇ ਦਾ ਇਲਾਜ, ਮੈਟਾਬੋਲਿਕ ਆਪਰੇਸ਼ਨ ਕਰਦੇ ਹੈ ਜਿਹੜਾ ਡਾਇਬੀਟੀਜ਼ ਨੂੰ, ਕੋਲੇਸਟ੍ਰੋਲ ਨੂੰ, ਬੀਪੀ ਨੂੰ, ਇਹ ਬਿਮਾਰੀਆਂ ਤੇ ਮੇਨ ਫੋਕਸ ਹੈ। ਵਜ਼ਨ ਘਟਾਉਣਾ ਫੋਕਸ ਹੈ ਪਰ ਬਹੁਤ ਥੋੜਾ। ਉਹਦੇ ਨਾਲ ਹੀ ਆਪਰੇਸ਼ਨ ਦੀ ਕਿਸਮਾਂ ਵੀ ਵੱਖਰੀਆਂ ਕਿ ਪਹਿਲਾਂ ਹੁੰਦਾ ਸੀਗਾ ਕਿ ਜਿਹੜੇ ਲੋਕ ਮੋਟਾਪੇ ਦਾ ਇਲਾਜ ਕਰਾਉਂਦੇ ਸੀਗੇ ਪਹਿਲਾਂ ਸੋਚਦੇ ਸੀਗੇ ਵੀ ਮੂੰਹ ਨੂੰ ਕੰਟਰੋਲ ਨਹੀਂ ਹੋ ਰਿਹਾ ਤੇ ਅੰਦਰ ਕੋਈ ਡਾਕਟਰ ਰਿੰਗ ਲਾ ਦੇਗਾ, ਉਹ ਖਾਣੇ ਵਾਲੀ ਨਾਲੀ ਪਤਲੀ ਕਰ ਦੇਗਾ, ਕੁਝ ਬੰਨ੍ਹ ਦੇਗਾ। ਇਹ ਜਿਹੜੇ ਹੁਣ ਦੇ ਆਪਰੇਸ਼ਨ ਜਿਹੜੇ ਮੈਟਾਬੋਲਿਕ ਆਪਰੇਸ਼ਨ ਹੈ ਉਹਦੇ 'ਚ ਅਸੀਂ ਚਾਹੁੰਦੇ ਹਾਂ ਕਿ ਪੇਸ਼ੈਂਟ ਸਾਡਾ ਖਾਂਦਾ ਪੀਂਦਾ ਰਹੇ। ਹੁਣ ਅਸੀਂ ਮਾਲਵੇ 'ਚ ਬੈਠੇ ਹਾਂ, ਜਿਵੇਂ ਤੁਸੀਂ ਦੱਸਿਆ ਫਰੀਦਕੋਟ ਦਾ ਇੱਕ ਹਿੱਸਾ ਐ ਹੋ ਗਿਆ, ਇੱਕ ਹਿੱਸਾ ਮੁਕਤਸਰ ਪਾਸੇ ਚਲਾ ਗਿਆ। ਹੁਣ ਮੇਰੇ ਕੋਲੇ ਮਾਲਵੇ ਤੋਂ ਜਿਹੜੇ ਵੀ ਜੱਟ ਆਉਂਦੇ ਆ, ਉਹਨਾਂ ਦਾ ਆਉਣ ਦਾ ਮਤਲਬ ਇਹ ਹੁੰਦਾ ਉਹਨਾਂ ਨੇ ਪਹਿਲਾਂ ਕਿਸੇ ਮੇਰੇ ਮਰੀਜ਼ ਦੇ ਨਾਲ ਇੱਕ ਦਿਨ ਬੈਠ ਕੇ ਪਿਆਲੇ ਖੜਕਾਏ ਹੁੰਦੇ ਆ ਤੇ ਬੱਕਰਾ ਜਾਂ ਮੁਰਗਾ ਖਾਇਆ ਹੁੰਦਾ। ਜਦੋਂ ਦੇਖ ਲੈਂਦੇ ਆ ਕਿ ਜਿਹਨੇ ਇਲਾਜ ਕਰਾਇਆ ਹੈ ਇਹ ਸਾਡੇ ਨਾਲੋਂ ਘੱਟ ਨਹੀਂ ਵੱਧ ਪਿਆਲੇ ਖੜਕਾ ਰਿਹਾ ਤੇ ਮੁਰਗਾ ਵੀ ਖਾ ਰਿਹਾ, ਆਹ ਡਾਕਟਰ ਵਧੀਆ। ਫਿਰ ਮੇਰੇ ਕੋਲੇ ਆਉਂਦੇ ਅਗਲੇ ਦਿਨ, ਕੋਈ ਸਵਾਲ ਨਹੀਂ, ਕਹਿੰਦੇ ਡਾਕਟਰ ਉਹ ਜਿਹਾ ਹੀ ਆਪਰੇਸ਼ਨ ਕਰੀ ਕਿ ਸਾਡੇ ਵੀ ਪਿਆਲੇ ਖੜਕਦੇ ਰਹਿਣ ਤੇ ਮੁਰਗਾ ਵੀ ਸਾਡਾ ਬਲਦਾ ਰਹੇ। ਵਾਹ, ਯੈਸ। ਚਲੋ ਬਈ ਮੁਰਗਾ ਖਾਣਾ ਨਾ ਖਾਣਾ ਤਾਂ ਬੰਦੇ ਦੀ ਮਰਜ਼ੀ ਆ, ਪਰ ਮੇਰੀ ਨਿੱਜੀ ਤੌਰ ਤੇ ਬੇਨਤੀ ਆ ਵੀ ਡਾਕਟਰ ਸਾਹਿਬ ਇਲਾਜ ਕਰ ਦੇਣਗੇ, ਮੋਟਾਪਾ ਤੁਹਾਡਾ ਘਟਾ ਦੇਣਗੇ, ਇਹ ਤਾਂ ਗੱਲ ਪੱਕੀ ਗਰੰਟੀ ਇਹ ਕਰਦੇ ਆ। ਪਰ ਮੇਰੀ ਬੇਨਤੀ ਹੈ ਵੀ ਦਾਰੂ ਵੀ ਘਟਾਈਏ। ਯੈਸ, ਦਾਰੂ ਪੀਣ ਦਾ ਕੋਈ ਫਾਇਦਾ ਨਹੀਂ। ਜੇ ਆਪਾਂ ਉੱਦਾਂ ਹੀ ਕਿਸੇ ਦੀ ਮਦਦ ਕਰਨੀ ਆ ਤਾਂ ਵੈਸੇ ਕਰ ਲਿਆ ਕਰੀਏ, ਕਿਸੇ ਨੂੰ ਰਾਸ਼ਨ ਲੈ ਕੇ ਦੇ ਦਈਏ। ਅਸੀਂ ਦਾਰੂ ਪੀ ਕੇ ਸਰਕਾਰ ਦੀ ਵੀ ਤਾਂ ਮਦਦ ਕਰਦੇ ਹੀ ਹਾਂ ਵੀ ਭਾਈ ਆਹ ਲੈ ਟੈਕਸ ਆ ਚੱਕੋ। ਉਹਦੇ 'ਚ ਇਹ ਹੁੰਦਾ ਹੈ, ਹੁਣ ਜਿਵੇਂ ਮੰਨ ਲਓ ਇਹ ਸਾਡੇ ਕੋਲ ਇੱਕ ਬਹੁਤ ਪ੍ਰੈਕਟੀਕਲ ਪ੍ਰੋਬਲਮ ਹੈ। ਹੁਣ ਜਿਵੇਂ ਮੇਰੇ ਕੋਲ ਕੋਈ ਆਇਆ ਪੇਸ਼ੈਂਟ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਹੁਣ ਕਈ ਵਾਰ ਜ਼ਿਆਦਾ ਖੇਤਰਫਲ ਦੇ ਨਾਲ ਸਰੀਰ 'ਤੇ ਜਦੋਂ 40 ਕਿਲੋ ਲੋਡ ਵਧਿਆ ਹੋਇਆ ਹੈ, ਬਿਮਾਰੀਆਂ ਦੇ ਨਾਲ ਸਰੀਰ ਪੀੜਿਤ ਹੈ, ਤੇ ਇਹਨਾਂ ਪੇਸ਼ੈਂਟਸ ਨੂੰ ਥੋੜ੍ਹਾ ਜਿਹਾ ਜ਼ਿਆਦਾ ਦਾਰੂ ਦੀ ਲੋੜ ਪੈਂਦੀ ਹੈ ਕਿਉਂਕਿ ਸਰੀਰ ਚੱਲਦਾ ਨਹੀਂ ਜਾਂ ਕਿਸੇ ਨਾ ਕਿਸੇ ਚੀਜ਼ ਦੀ ਸੇਵਨ ਕਰਨ ਦੀ ਲੋੜ ਪੈਂਦੀ ਹੈ। ਪਰ ਜਦੋਂ ਅਸੀਂ ਪੇਸ਼ੈਂਟ ਨਾਲ ਗੱਲ ਕਰਦੇ ਹਾਂ, ਅਸੀਂ ਪੇਸ਼ੈਂਟ ਨੂੰ ਹਮੇਸ਼ਾ ਇਹ ਕਹਿੰਦੇ ਹਾਂ ਕਿ ਇਹ ਹੌਲੀ ਹੌਲੀ ਘਟ ਜਾਂਦਾ ਹੈ, ਕਿਉਂਕਿ ਜਿਵੇਂ ਜਿਵੇਂ ਸਰੀਰ ਬਿਮਾਰੀ ਮੁਕਤ ਹੋਇਆ, weight ਘਟਿਆ, ਖੇਤਰਫਲ ਕੰਟਰੋਲ ਹੋਇਆ, ਇੱਕ ਖੁਸ਼ੀ ਜਾਗਦੀ ਹੈ। ਬਿਮਾਰੀ ਮੁਕਤ ਸਰੀਰ ਬੰਦੇ ਦਾ ਮਨ ਕਰਦਾ ਚੰਗਾ ਖਾਣ ਦਾ, ਚੰਗਾ ਪਹਿਨਣ ਦਾ, ਤੁਰਨ ਫਿਰਨ ਦਾ, ਲੋਕੀ ਕੰਪਲੀਮੈਂਟਸ ਦਿੰਦੇ ਹੈ ਤੇ ਉਹ ਆਪਣੇ ਆਪ 'ਚ ਜਿਹੜੀ ਖੁਸ਼ੀ ਹੈ ਉਹ ਅਲਟੀਮੇਟਲੀ ਇਹ ਸਾਰੀ ਚੀਜ਼ਾਂ ਨੂੰ ਵੀ ਛਡਾ ਦਿੰਦੀ ਹੈ। ਬਹੁਤ ਖੂਬ। ਪਰ ਜੇ ਅਸੀਂ ਪਹਿਲਾਂ ਹੀ ਕਹਿ ਦਈਏ ਕਿ ਵੀ ਇਹ ਤੁਹਾਨੂੰ ਛੱਡਣਾ ਪਏਗਾ ਜਾਂ ਤੁਸੀਂ ਛੱਡਣਾ ਹੈ, ਤੇ ਅੱਧੇ ਤਾਂ ਸਾਡੇ ਪੰਜਾਬ ਦੇ ਮਾਲਵੇ ਦੇ ਬੰਦੇ ਸਾਨੂੰ ਜੱਟ ਕਹਿਣਗੇ ਡਾਕਟਰ ਜੀ ਇਹ ਇਲਾਜ ਨਹੀਂ ਕਰਾਉਣਾ। ਸੋ ਇਵੈਂਚੁਅਲੀ ਸਾਰਾ ਕੁਝ ਕੰਟਰੋਲ ਹੋ ਜਾਂਦਾ ਹੈ। ਬਾਕੀ ਜੇ ਆਪਾਂ ਪਿਆਲੇ ਦੀ ਗੱਲ ਕਰੀਏ ਉਹ ਵੀ ਲਿਮਿਟ 'ਚ। ਹਾਂ ਬਿਲਕੁਲ, ਮੈਂ ਇਸ ਕਰਕੇ ਗੱਲ ਕੀਤੀ ਵੀ ਅਸੀਂ ਤਾਂ ਕਈ ਵਾਰੀ ਵਿਆਹ ਤੇ ਵੀ ਉਦੋਂ ਨਹੀਂ ਜਾਂਦੇ ਜਦੋਂ ਪਤਾ ਹੋਵੇ ਵੀ ਉੱਥੇ ਤਾਂ ਸਾਰਾ ਕੁਝ ਸ਼ਾਕਾਹਾਰੀ ਹੈ। ਠੀਕ ਆ, ਇੱਕ ਦਿਨ ਜਾਣਾ ਹੁੰਦਾ, 2 ਘੰਟੇ ਵਿਆਹ ਤੇ ਰਹਿਣਾ। ਕਈ ਲੋਕ ਤਾਂ ਵੀ ਨਾਰਾਜ਼ ਹੋ ਜਾਣਗੇ, ਲੈ ਉੱਥੇ ਕੀ ਫਾਇਦਾ ਜਾਣ ਦਾ, ਜੇ ਲੱਸੀ ਪੀਣੀ ਹੈ, ਜੇ ਸ਼ਿਕੰਜਵੀ ਪੀਣੀ ਹੈ, ਜੇ ਉੱਥੇ ਉਬਲੇ ਆਲੂ ਹੀ ਖਾਣੇ ਆ। ਪਰ ਜੇ ਕਿਤੇ ਬੰਦਾ ਸੋਚਦਾ ਹੋਊਗਾ ਵੀ ਮੇਰੀ ਕਿਤੇ ਆਦਤ ਨਾ ਛੁੱਟ ਜੇ, ਪਰ ਛੁੱਟ ਜਾਣੀ ਚਾਹੀਦੀ ਹੈ। ਤੇ ਇੱਕ ਮੇਰੀ ਜਾਣਕਾਰੀ 'ਚ ਹੋਰ ਵਾਧਾ ਕਰਿਓ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਆਪਰੇਸ਼ਨ ਕਰਦੇ ਹੋ, ਬੰਦੇ ਦੇ ਸਰੀਰ ਨੂੰ ਸ਼ਮ ਕਰਗਾ ਕਰ ਦਿੰਦੇ ਹੋ, 40-40, 50-50 ਕਿਲੋ ਭਾਰ ਤੁਸੀਂ ਬੰਦੇ ਦਾ ਲਾਤਾ। ਕੋਈ ਇੱਕ ਇਹੋ ਜਿਹੀ ਉਦਾਹਰਨ ਵੀ ਆਇਆ ਸੀ, ਬੰਦਾ ਬਹੁਤ ਵੱਡੇ ਖੇਤਰਫਲ ਵਾਲਾ, ਸਾਹ ਨਹੀਂ ਸੀ ਲਿਆ ਜਾਂਦਾ, ਪੌੜੀਆਂ ਨਹੀਂ ਸੀ ਚੜੀਆਂ ਜਾਂਦੀਆਂ, ਬੈਠਾ ਹੀ ਉਹ ਘਬਰਾਈ ਜਾਂਦਾ ਸੀਗਾ, ਪਰ ਤੁਹਾਡੇ ਇਲਾਜ ਤੋਂ ਬਾਅਦ, ਸਰਜਰੀ ਤੋਂ ਬਾਅਦ ਹੋ ਗਿਆ ਸ਼ਮ ਕਰਗਾ। ਉਹਨੇ ਕੋਈ ਆਪਦੀ ਜ਼ਿੰਦਗੀ ਦਾ ਤਜਰਬਾ ਸਾਂਝਾ ਕੀਤਾ ਹੋਵੇ? ਮੈਂ ਦੱਸਦਾ, ਮੇਰੇ ਇੱਕ ਇਹੋ ਜਿਹਾ ਹੀ ਮੇਰਾ ਇੱਕ ਪੇਸ਼ੈਂਟ ਹੈਗਾ ਹੈ ਜਿਹਦੀ ਉਮਰ ਆਲਮੋਸਟ ਲਗਭਗ 24 ਸਾਲ ਦੀ ਹੈ। ਉਹ 19 ਸਾਲ ਤੋਂ ਮੈਨੂੰ ਜਾਣਦਾ ਹੈ। ਜਦੋਂ ਉਹਦੀ ਉਮਰ 19 ਸਾਲ ਸੀ ਉਹ ਮੈਨੂੰ ਮਿਲਿਆ, ਉਦੋਂ ਉਹਦਾ ਜਿਹੜਾ weight ਸੀਗਾ 1 ਕੁਇੰਟਲ ਤੇ 80 ਕਿਲੋ ਸੀ। ਅੱਛਾ। ਐਟ ਦਾ ਏਜ ਆਫ 19 ਸਾਲ 'ਤੇ। ਸੋ ਆਪਣੀ ਮਦਰ ਨਾਲ ਮੈਨੂੰ ਪਹਿਲੀ ਵਾਰ ਮਿਲਿਆ। ਸੋ ਓਬਵੀਅਸਲੀ ਬੱਚਾ ਹੈ, ਉਹਨੇ ਹੁਣ ਖਾਣਾ ਪੀਣਾ ਵੀ ਸਾਰਾ ਕੁਛ ਹੈ ਤੇ ਆਪਰੇਸ਼ਨ ਤੋਂ ਵੀ ਡਰਦਾ ਹੈ।
ਉਹ ਡਰਦੇ ਡਰਦੇ ਨੇ 4 ਸਾਲ ਕੱਢਦੇ। ਉਹ ਜਦੋਂ ਉਹਨੇ ਫਿਰ ਮੇਰੇ ਕੋਲੇ ਇਲਾਜ ਦੁਬਾਰਾ ਆਇਆ, ਉਹਦਾ weight ਫਿਰ ਹੁਣ ਪਿਛਲੇ ਸਾਲ 2 ਕੁਇੰਟਲ ਤੇ 35 ਕਿਲੋ ਹੋ ਗਿਆ। ਅੱਛਾ। ਸੋ ਉਹਨੇ ਮੈਨੂੰ ਦੱਸਿਆ ਉਹਨੇ ਇਸ 4 ਸਾਲਾਂ ਦੇ ਵਿੱਚ ਉਹਨੂੰ ਆਪਣੀ ਐਜੂਕੇਸ਼ਨ ਛੱਡਣੀ ਪਈ। ਉਹ ਕੁਝ ਆਪਣਾ ਲਾਅ ਦਾ ਪੜ੍ਹ ਰਿਹਾ ਸੀਗਾ। ਕਹਿੰਦਾ ਸਰ ਮੇਰਾ ਐਗਜ਼ਾਮ ਸੀਗਾ, ਮੈਂ ਉਹਨਾਂ ਨੂੰ ਕਿਹਾ ਮੈਨੂੰ ਸੀਟ ਤਾਂ ਉਹੋ ਜਿਹੀ ਬਣਾ ਦਿਓ ਜਿਹਦੇ 'ਚ ਬੈਠ ਕੇ ਮੈਂ ਪੇਪਰ ਲਿਖ ਪਾਵਾਂ। ਉਹਨੂੰ ਆਪਣਾ ਲਾਅ ਛੱਡਣਾ ਪਿਆ। ਫਿਰ ਉਹਦਾ ਭਰਾ ਆਸਟ੍ਰੇਲੀਆ ਰਹਿੰਦਾ। ਉਹਦਾ ਮਨ ਸੀ ਬਹੁਤ ਦੇਰ ਤੋਂ ਕਿ ਮੈਂ ਆਪਣੇ ਭਰਾ ਕੋਲ ਜਾਵਾਂ, ਅਤੇ ਉਹਨੂੰ ਟਿਕਟ ਨਹੀਂ ਮਿਲ ਰਹੀ ਹੈ ਕਿਉਂਕਿ ਉਹ ਇੰਨਾ ਵੱਡਾ, ਉਹ ਪਲੇਨ 'ਚ ਨਹੀਂ ਫਿੱਟ ਹੋ ਸਕਦਾ ਸੌਖੇ। ਮਦਰ ਨੂੰ ਉਹਦੀ ਅਤੇ ਫਾਦਰ ਨੂੰ ਉਹਦੀ ਬਹੁਤ ਫਿਕਰ। ਅਤੇ ਜਦੋਂ ਉਹਨੇ ਦੇਖਿਆ ਕਿ ਜਿਹੜੇ ਪੇਸ਼ੈਂਟਸ ਨੇ ਸਫਲ ਇਲਾਜ ਕਰਾਇਆ ਮੇਰੇ ਤੋਂ, ਉਹ ਸਾਰਿਆਂ ਨੂੰ ਮਿਲਿਆ, ਕਿਉਂਕਿ ਹਰ ਪੇਸ਼ੈਂਟ ਦਾ ਇੱਕ ਆਪਣਾ ਇੱਕ ਮਾਈਂਡ ਸੋਚਣ ਦਾ ਹੁੰਦਾ ਹੈ ਕਿ ਵੀ ਮੈਨੂੰ ਕੋਈ ਦਿੱਕਤ ਨਾ ਆਏ। ਜਿਹੜੇ ਅਡਲਟਸ ਹੁੰਦੇ ਹੈ ਉਹ ਥੋੜ੍ਹਾ ਜਲਦੀ ਡਿਸੀਜਨ ਲੈ ਲੈਂਦੇ ਹੈ। ਅਤੇ ਫਿਰ ਉਹਨੇ ਸਾਰਾ ਕੁਝ ਫੈਸਲਾ ਕਰਕੇ ਮੇਰੇ ਕੋਲ ਆਇਆ, ਆਪਣਾ ਆਪਰੇਸ਼ਨ ਕਰਾਇਆ। ਇੰਨਾ ਖੁਸ਼ ਕਿ ਉਸ ਤੋਂ ਬਾਅਦ ਹੁਣ ਉਹ ਆਪ ਆਪਣਾ ਇੰਸਟਾਗ੍ਰਾਮ ਤੇ YouTube ਤੇ ਆਪ ਇੰਟਰਵਿਊਜ਼ ਪਾਉਂਦਾ ਹੈ ਕਿ ਵੀ ਜਾਓ। ਤੇ ਭਾਰ ਕਿੰਨਾ ਘਟ ਗਿਆ? ਭਾਰ ਉਹਦਾ 80 ਕਿਲੋ ਘਟ ਚੁੱਕਾ ਹੈ। ਹਾਂ ਯੈਸ। ਤੇ ਹੋਰ ਵੀ ਇਹਦਾ ਵਜ਼ਨ 40 ਕਿਲੋ ਹੋਰ ਘਟ ਜਾਣਾ ਹੈ। ਉਹ 100 ਕਿਲੋ ਤੱਕ ਆ ਜਾਏਗਾ। ਕਿਉਂਕਿ ਇਹ ਹੁੰਦਾ ਕੋਈ ਵੀ ਚੀਜ਼ ਹੈ, ਜੇ ਆਪਾਂ ਗੱਲ ਕਰੀਏ ਜਹਾਜ਼ ਦੀ, ਉਹ ਇੱਕਦਮ ਚੜ੍ਹਾਈ ਤੇ ਇੱਕਦਮ ਉਤਰਾਈ ਵੀ ਚੰਗੀ ਨਹੀਂ ਹੁੰਦੀ। ਜਿਨ੍ਹਾਂ ਪੇਸ਼ੈਂਟਸ ਦਾ weight 25 ਤੋਂ ਅਸੀਂ 40 ਕਿਲੋ ਤੱਕ ਘਟਾਉਣਾ ਹੈ, ਉਹਨਾਂ ਨੂੰ ਅਸੀਂ 4 ਤੋਂ 6 ਮਹੀਨੇ ਦਾ ਟਾਈਮ ਦਿੰਦੇ ਹਾਂ। ਪਰ ਜਿੱਥੇ ਅਸੀਂ 100 ਜਾਂ 150 ਕਿਲੋ ਘਟਾਉਣਾ ਹੈ, ਅਸੀਂ ਉੱਥੇ ਸਾਲ ਸਵਾ ਸਾਲ ਦਾ ਟਾਈਮ ਲੈਂਦੇ ਹਾਂ ਤਾਂ ਕਿ ਹੌਲੀ ਹੌਲੀ weight ਘਟੇ, ਹੌਲੀ ਹੌਲੀ weight ਘਟੇ ਤਾਂ ਕਿ ਕੋਈ ਪ੍ਰੋਬਲਮ ਨਾ ਆਏ। ਇਹਦੀ ਲੋਕੀ ਮੈਨੂੰ ਐਗਜ਼ਾਮਪਲ ਪੁੱਛਦੇ ਹੈ ਕਿਉਂਕਿ ਡਾਕਟਰ ਸਾਹਿਬ ਜੇ ਆਪਾਂ ਕਰਨਾ ਹੀ ਹੈ ਤਾਂ ਫਟਾਫਟ ਘਟ ਜੇ। ਮੈਂ ਉਹਨਾਂ ਨੂੰ ਇੱਕੋ ਐਗਜ਼ਾਮਪਲ ਦੇ ਪਾਉਂਦਾ ਕਿ ਆਪਾਂ ਇੱਕ ਪਾਣੀ ਦੀ ਟੈਂਕੀ ਲੈ ਲਈਏ ਜਿਹਦੇ 'ਚ ਬਹੁਤ ਪਾਣੀ ਪਿਆ, ਆਪਾਂ ਇੱਕਦਮ ਪਾਣੀ ਕੱਢਾਂਗੇ, ਦੀਵਾਰਾਂ ਕੋਲੈਪਸ ਕਰ ਜਾਂਦੀਆਂ। ਸਰੀਰ ਨੂੰ ਵੀ ਟਾਈਮ ਚਾਹੀਦਾ ਉਹ weight 'ਤੇ ਐਡਜਸਟ ਹੋਣ ਦੀ, ਅਤੇ ਅਸੀਂ ਵੀ ਇਹ ਪ੍ਰੋਸੈਸ ਸਾਇੰਸ ਦੀ ਮਦਦ ਨਾਲ, ਦੇਖੋ ਮੈਂ ਤਾਂ ਇੱਕ ਮੈਡੀਕਲ ਇੰਜੀਨੀਅਰ ਹੈ, ਮੈਂ ਪੜ੍ਹਿਆ, ਕੁਛ ਮੇਰੇ ਜ਼ਿੰਦਗੀ ਦੇ ਤਜਰਬੇ ਹੈ, ਉਹ ਸਾਰੇ ਤਜਰਬਾ ਨੂੰ ਅਤੇ ਆਪਣੀ ਪੜ੍ਹਾਈ ਨੂੰ ਅਤੇ ਜੋ ਵੀ ਰੱਬ ਨੇ ਇਹ ਹੱਥਾਂ 'ਚ ਜੋ ਵੀ ਕਲਾ ਕਹਿ ਲਓ, ਉਹਨੂੰ ਸ਼ਫਾ ਕਹਿ ਲਓ, ਜੋ ਵੀ ਹੁਨਰ ਦਿੱਤਾ ਹੈ, ਉਹ ਵਰਤ ਕੇ ਅਸੀਂ ਲੋਕਾਂ ਨੂੰ ਇੱਕ ਚੰਗੀ ਜ਼ਿੰਦਗੀ ਦਿੰਦੇ ਹਾਂ ਅਤੇ ਚਾਹੁੰਦੇ ਹਾਂ ਕਿ ਜਿੰਨਾ ਦੇ ਪਾਈਏ ਉਹਨਾਂ ਘੱਟ ਹੈ। ਬਹੁਤ ਖੂਬ। ਡਾਕਟਰ ਸਾਹਿਬ ਤੁਸੀਂ ਜਦੋਂ ਵੀ ਸਟੂਡੀਓ ਦੇ ਵਿੱਚ ਆਉਂਦੇ ਆ, ਸਿਹਤ ਦੇ ਪ੍ਰਤੀ ਜਾਗਰੂਕ ਕਰਦੇ ਹੋ, ਸੁਜਗਤਾ ਪੈਦਾ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਸਾਡੀ ਸਾਰੇ ਹੀ ਇਸ ਵੇਲੇ ਭੈਣਾਂ ਵੀਰਾਂ ਨੂੰ ਜਿਹੜੇ ਕਿ ਦੁਨੀਆ ਭਰ ਦੇ ਵਿੱਚ ਵਸਦੇ ਆ, ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਪੜਤਾਲ ਵੀ ਕਰੋ, ਗੱਲਬਾਤ ਵੀ ਕਰੋ, ਤੇ ਉਸ ਤੋਂ ਬਾਅਦ ਆਪਣੀ ਰਾਏ ਵੀ ਬਣਾਓ। ਤੇ ਥੱਲੇ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਆ, ਤੇ ਇਹਨਾਂ ਨੇ ਜਿਹੜੀ ਕਾਸਮਿਕ ਹੈਲਥ ਸਿਟੀ ਬਣਾਈ ਆ, ਇਹਨੂੰ ਦੇਖ ਕੇ ਵੀ ਜ਼ਰੂਰ ਆਇਓ ਵੀ ਕਿਵੇਂ ਲੱਗੀ ਤੁਹਾਨੂੰ। ਆਪਦੇ ਪ੍ਰਭਾਵ ਆ ਜਿਹੜੇ, ਆਪਦੀ ਪ੍ਰਤੀਕਿਰਿਆ ਜਿਹੜੀ, ਉਹ ਥੱਲੇ ਜ਼ਰੂਰ ਲਿਖ ਕੇ ਸਾਡੇ ਸਾਹਮਣੇ ਰੱਖਿਓ ਵੀ ਅਸੀਂ ਅਗਲੀ ਵਾਰ ਉਹਦੀ ਗੱਲਬਾਤ ਕਰ ਸਕੀਏ। ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਆਲ। ਸੋ ਦੋਸਤੋ, ਇਹ ਸਨ ਡਾਕਟਰ ਅਮਿਤ ਸੂਦ, ਜਿਨ੍ਹਾਂ ਨੇ ਕਿ ਪੇਸ਼ ਕੀਤੇ ਆਪਣੇ ਵਿਚਾਰ ਕਿ ਭਾਈ ਹੁਣ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੀ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਭੈਣਾਂ ਵੀਰ ਇਹਨਾਂ ਦੇ ਨਾਲ ਚਰਚਾ ਕਰ ਸਕਦੇ ਆ। 7 ਮੰਜ਼ਲਾ ਇਮਾਰਤ ਇਹਨਾਂ ਨੇ ਕਿਉਂ ਬਣਾਈ ਆ, ਜਹਾਜ਼ ਦੀ ਚੌਪਰ ਦੀ ਸਹੂਲਤ ਵੀ ਉੱਥੇ ਮਿਲ ਜਾ ਕਰਨੀ ਆ, ਬਾਕੀ ਵੀ ਵੱਖ-ਵੱਖ ਬਿਮਾਰੀਆਂ ਤੋਂ ਨਿਜਾਤ ਮਿਲ ਜਾਣੀ ਆ। ਸੋ ਬਾਕੀ ਅਸੀਂ ਚਾਹੁੰਦੇ ਹਾਂ ਕਿ ਸਾਰਾ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ, ਜ਼ਿੰਦਾਬਾਦ ਰਵੇ। ਤੇ ਪ੍ਰਾਈਮ ਹੈਲਥ ਪ੍ਰੋਗਰਾਮ ਦੇ ਤਹਿਤ ਕਿਸੇ ਹੋਰ ਡਾਕਟਰ ਸਾਹਿਬਾਨ ਦੇ ਨਾਲ, ਕਿਸੇ ਹੋਰ ਸ਼ਖਸੀਅਤ ਦੇ ਨਾਲ ਬਹੁਤ ਜਲਦ ਗੱਲਬਾਤ ਲੈ ਕੇ ਹੋਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਧੰਨਵਾਦ।